बड़े हंकारियां नानक घर बगले मस्कीन ਉਹਦੇ ਅੰਦਰ ਕੀ ਹੁੰਦਾ ਪੈਦਾ ਸੁਖ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ बड़े बड़े हंकारियां नानक घर बगले ਉਹ ਆਪਣੇ ਆਪ ਨੂੰ ਹੰਕਾਰ ਵਿੱਚ ਰਹਿੰਦੇ ਨੇ ਜਿਹੜੇ ਦੂਸਰੇ ਵਿਅਕਤੀ ਨਾਮ ਜਪਦੇ ਨਹੀਂ ਤੇ ਦੂਜਿਆਂ ਨੂੰ ਜਪਦਿਆਂ ਨੂੰ ਰੋਕ ਦਿੰਦੇ ਨੇ ਉਹ ਹਮੇਸ਼ਾ ਹੀ ਗਰਵ ਕਰਦੇ ਆ ਗਰਵ ਤੋਂ ਕਹਿਣ ਤੋਂ ਭਾਵ ਆ ਉਹ ਆਕੜ ਖੋਰ ਉਹ ਹੰਕਾਰ ਵਿੱਚ ਰਹਿੰਦੇ ਨੇ ਰੋਟੀ ਉਹਨਾਂ ਨੂੰ ਵੀ ਮਿਲਦੀ ਆ ਪ੍ਰਸ਼ਾਦਾ ਉਹ ਵੀ ਛਕਦੇ ਆ ਉਹ ਵੀ ਰਹਿੰਦੇ ਉਹ ਵੀ ਧੀਆਂ ਪੁੱਤਰਾਂ ਵਿੱਚ ਹੋਣਗੇ ਸੁਭਾਅ ਕਹਿਣ ਤੋਂ ਭਾਵ ਸੁਭਾਅ ਨਹੀਂ ਬਦਲਿਆ ਬਸ ਇੱਥੋਂ ਮਾਰ ਖਾ ਲਿਆ ਜਿਸ ਦਾ ਬਦਲ ਗਿਆ ਉਹ ਕੀ ਹੁੰਦਾ ਉਹ ਹਮੇਸ਼ਾ ਹੀ ਸੁਖੀ ਰਹਿੰਦਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਛੱਡ ਦਿਓ ਹੰਕਾਰ ਨੂੰ ਨਾਨਕ ਘਰ ਬਗਲੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਉਹ ਪ੍ਰਭੂ ਸਾਡਾ ਮਾਤਾ ਤੇ ਪਿਤਾ ਹੈ ਅਸੀਂ ਉਸਦੇ ਬਾਰਕ ਹਾਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੂੰ ਮੇਰਾ ਰਾਖਾ ਸਭਨੀ ਥਾਈ ਤਾਪੋ ਕੇਹਾ ਕਾੜਾ ਜਿਓ ਉਹ ਪ੍ਰਭੂ ਸਾਡਾ ਰਾਖਾ ਹੈ ਤੁਮ ਮਾਤ ਪਿਤਾ ਤੁਮ ਪਿਤਾ तू है मेरा माता तू है मेरा पिता तू मेरा बंधव तू मेरा प्राता तू मेरा राखा सबनी थाई तापो के काड़ा जियो तुमरी कृपा ते तुद पछाणा तू मेरी ओट तू है मेरा माना तुझ बिन दूजा अगर ना कोई सब तेरा खेल अखाड़ा जियो तू मेरा राखा सबनी थाई तापो केहा काड़ा जियो नाम ਧਿਆਏ ਸੁਖ ਫਲ ਪਾਏ ਉਹ ਨਾਮ ਧਿਆਉਂਦੇ ਹੈ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਸਾਜਿਆ ਉਹ ਸਾਡਾ ਪਿਤਾ ਤੂੰ ਮੇਰਾ ਰਾਖਾ ਇਹ ਬੰਦਾ ਇੱਕ ਇਨਸਾਨ ਉਹੀ ਕਹੂਗਾ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਮਸਕੀਨ ਹੋਇਆ ਦੂਸਰੇ ਨੂੰ ਥੋੜੀ ਕਹਿਣਾ ਆ ਹੁਣ ਤਾਂ ਕਹਿਣਾ ਭਾਈ ਮੈਂ ਰਹਿੰਦਾ ਹੈ ਠੀਕ ਆ ਖਾਣਾ ਪੀਣਾ ਖਾ ਲਿਆ ਕੰਮ ਕਰ ਲਿਆ ਠੀਕ ਠਾਕ ਆ ਉਹ ਨਹੀਂ ਕਹੂਗਾ ਜੀ ਜੰਤ ਸਭ ਤੁਧ ਅਪਾਏ ਜਿਤ ਜਿਤ ਪਾਣਾ ਤਿਤ ਲਾਏ ਜੀ ਜੰਤ ਸਭ ਤੁਧ ਅਪਾਏ ਜਿਤ ਜਿਤ ਪਾਣਾ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ नहीं किछ असाड़ा जियो तू मेरा राखा सबनी थाई तापो केहा काड़ा जियो नाम ध्याए महासुख पाया हर गुण गाहे मेरा मन सीत लाया गुर पूरे बजी बताई नानक जिता बेखाड़ा जियो तू मेरा राखा सबनी थाई तापो केहा काड़ा जियो तू मेरा राखा सबनी थाई तापो केहा काड़ा जियो राखा तो प्रभु है ना वो है किवें जेड़ा कोई भी मस्कीन उसकी रजा दे विच रह के उसदा नाम जप के प्रभु दे बंदगी करके उसदी भक्ति करके उसदा नाम जप के उसदा ज्ञान लेके ध्यान करके सहज अवस्था में जाके ये फिर आवाज हुंदी आ माधो मोह एक सहारो तेरा तम मात पिता प्रभ मेरो ओ मस्कीनियत पुरा सुखी बसे मस्कीनिया आप निवार तले बड़े बड़े हंकारियां नानक घर बदले तो फिर आपके घर पिछे आउणगे ये नहीं माता का गर्भ नहीं है ये हंकार दा हौमे दा गर्भ है एक हुंदा गर्भ ये बब्बा भव्वे दा फर्क पैंदा आ एक हुंदा माता दे गर्भ इत्थे जेड़ा दुनिया विच रहिंदे होए हंकार हौमे विच लोग फिरदे ने वो अपने आप नूं
नहीं पहचानते भी मैं कौन हाँ। जिसकी पहचान है, जिहड़ा उस परमात्मा नूं पहचान लैंदा है, वो फिर आखदा तू मेरा राखा सबनी थाई ताको के हा काड़ा जियो। फिर थोड़ो कहदा डर भाई, वो परमात्मा सब दा ही राखा है। दूसरे शब्द विच सतगुरु आखदे ने बाहन डंबर हो कबू न जाने हो तुम चरण चित मोरा। आ पखंड पखुंड ਜਿਹੜੇ ਹੈਗੇ ਆ ਇਹ ਨਹੀਂ ਜਾਣਦਾ ਫਿਰ ਉਹ ਵਿਅਕਤੀ, ਉਸੇ ਰਸਤੇ ਤੇ ਵਿਅਕਤੀ ਚੱਲਦਾ। ਫਿਰ ਉਹ ਆ ਜਿਹੜੇ ਪਖੰਡਬਾਜ਼ ਆ ਨਾ, ਵਹਿਮ ਭਰਮ, ਵਹਿਮਾਂ ਭਰਮਾਂ ਚ ਆਪਾਂ ਬਹੁਤ ਫਸੇ ਹੋਏ ਆ। ਇਹ ਚੋਂ ਨਿਕਲੋ। ਕੋਈ ਤਬੀਤ ਨਹੀਂ ਕੰਮ ਕਰਦਾ, ਕੋਈ ਕਿਸੇ ਤਰ੍ਹਾਂ ਦਾ ਜੋ ਸਾਨੂੰ ਕੋਈ ਐਵੇਂ ਕਹੀ ਜਾਂਦੇ ਆ ਅੱਜ ਤਾਂ ਕੀ ਆ ਜਿਹੜੇ ਕਰਦੇ ਕੁਰਦੇ ਆ ਸਾਇੰਸ ਤੋਂ ਕੀ ਆਈ ਜਾਂਦੇ ਆ ਜੰਤਰ ਆਪਾਂ ਤਾਂ ਦੇਖ ਕੇ ਹੁੰਦਾ ਨਹੀਂ ਜਿਹੜੇ ਮਸ਼ਹੂਰੀ ਜਾਂ ਬਹੁਤ ਆਈ ਜਾਂਦੇ ਆ ਕਾਲੇ ਅਰਮੂਲ ਜਿਹੇ ਲਿਖੇ ਹੋ ਆਈ ਜਾਂਦੇ ਆ, ਉਹਨਾਂ 'ਚ ਨਹੀਂ ਪੈਣਾ ਕਿਸੇ ਨੂੰ। ਉਹ ਪਖੰਡ ਕਰਦੇ ਲੋਕ ਨੇ, ਤੁਹਾਡੇ ਤੋਂ ਪੈਸਾ ਲੈ ਕੇ ਉਹ ਆਪਣੀਆਂ ਜੈਸੀਆਂ ਕਰਦੇ ਆ ਲੋਕ। ਬੱਚੋ ਬਾਣੀ ਕਹਿੰਦੀ ਆ ਬਾਹਨ ਡੰਬਰ ਹੋ ਕਬੂ ਨਾ ਜਾਣਿਓ ਚਾਹੋ ਦਿਸ ਦਰਸ਼ਨ ਤੋਰਾ। ਇਹ ਮੇਰੇ ਪ੍ਰੀਤਮਾ ਮੈਨੂੰ ਤਾਂ ਚਾਰੇ ਪਾਸੇ ਤਾਂ ਤੂੰ ਹੀ ਦੀਦਾ ਆ, ਮੈਂ ਤਾਂ ਤੇਰਾ ਹੀ ਦਰਸ਼ਨ ਕਰਦਾ ਆ। ਸੰਸਾਰ ਵਿੱਚ ਆਪਣੇ ਵਾਂਗ ਰਹਿ ਰਹੇ ਵਿਅਕਤੀ ਪਖੰਡ ਵਹਿਮ ਭਰਮ ਸਾਡਾ ਰਸਤਾ ਨਹੀਂ ਹੈ। ਚਾਹੋ ਦਿਸ ਦਰਸ਼ਨ ਤੋਰਾ। ਜੋ ਵਿਅਕਤੀ ਮਸਕੀਨ ਉਸ ਪ੍ਰਭੂ ਦੀ ਬੰਦਗੀ ਭਗਤੀ ਵਿੱਚ ਚਲੇ ਜਾਂਦਾ ਹੈ, ਉਹ ਫਿਰ ਚਾਰੇ ਪਾਸੇ ਉਸ ਪ੍ਰਭੂ ਦੀ ਉਸਤਤ ਵਿੱਚ, ਪ੍ਰਭੂ ਦੇ ਨਾਮ ਵਿੱਚ, ਪ੍ਰਭੂ ਦੇ ਮਾਰਗ ਵਿੱਚ, ਤੇ ਫਿਰ ਉਸ ਦਾ ਚਾਰੇ ਪਾਸੇ ਦਰਸ਼ਨ ਉਹ ਆਪ ਖੁਦ ਪ੍ਰਭੂ ਦਾ ਕਰਦਾ ਹੈ। ਦਰਸ਼ਨ ਕਰਨਾ ਉਹਦੇ ਨਾਮ ਵਿੱਚ ਲੀਨ ਰਹਿਣਾ ਹੈ। ਕਿਉਂ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਚਾਰ ਕੁੰਟ ਦਹਿਦਿਸ ਬ੍ਰਹਮੇ ਥੱਕ ਆਏ ਪ੍ਰਭ ਕੀ ਸਾਮ। ਤੁਸੀਂ ਹੁਣ ਥੱਕ ਕੇ ਆਏ ਹੋ ਆ, ਜਿਹੜਾ ਸਾਲ ਬਾਅਦ ਆਇਆ ਉਹ ਥੱਕ ਕੇ ਆਇਆ। ਅੱਜ ਤੋਂ ਸਮਝੋ ਦੇ ਆਪਾਂ ਅੱਜ ਤੋਂ ਹੀ ਅੱਜ ਹੂੰ ਕੁਛ ਬਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹਿ ਭਜਨ ਤੇ ਨਿਰਭੈ ਪਦ ਪਾਵੇ। ਜੇ ਪਦਵੀ ਹਾਸਲ ਕਰਨੀ ਆ ਤੇ ਅੱਜ ਤੋਂ ਡਿਸੀਜਨ ਲੈ ਲਓ ਆਪਣੇ ਆਪ ਨੂੰ ਪਛਾਣ ਦੇ ਲਈ। ਇਹੋ ਜਿਹੇ ਗਿਆਨ ਸੁਣੋ, ਬਾਣੀ ਕਹਿ ਕੀ ਰਹੀ। ਕਿਰਤ ਕਰਮ ਕੇ ਵਿਛੜੇ ਭਰਮ, ਭਰਮ ਜਿਹੜਾ ਉਹ ਚੋਂ ਕਿਵੇਂ ਨਿਕਲਣਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਚੌਕੁੰਟ ਦਹਿਦਿਸ ਬ੍ਰਹਮੇ, ਚਾਰੇ ਪਾਸੇ ਭਰਮਾਂ 'ਚ ਫਸੀ ਹੋਈ ਦੁਨੀਆ। ਤੇ ਮੈਂ ਥੱਕ ਕੇ ਆ ਗਿਆ ਤੁਹਾਡੀ ਸ਼ਾਮ, ਤੁਹਾਡੇ ਸ਼ਰਨ ਵਿੱਚ ਆ ਗਿਆ ਜੀ। ਇਹ ਮੇਰੇ ਪ੍ਰੀਤਮਾ ਉਹਦਾ ਲਾਭਤੀ ਉਪਜੈ ਨਾਹੀ ਦਾਮ। ਪੈਸਾ ਤਾਂਹੀਓ ਮਿਲਣਾ ਜੇ ਫਸਲ ਨੂੰ ਪਾਣੀ ਲੱਗੂਗਾ। ਚਾਹੇ ਉਹ ਕੁਦਰਤ ਲਾ ਦੇਵੇ, ਚਾਹੇ ਤੁਸੀਂ ਨੀਚੇ ਹੋਰ ਜਿਹੜੇ ਕਰਦੇ ਆ ਪਾਣੀ ਦੇ ਸਾਧਨ ਹੁੰਦੇ ਆ ਉਹਨਾਂ ਰਾਹੀਂ ਲਾ ਦਈਏ। ਜੇ ਅਗਰ ਪਾਣੀ ਨਹੀਂ ਲੱਗਦਾ ਤੇ ਫਸਲ ਸਾਡੀ ਹੋਣੀ ਨਹੀਂ। ਚੱਲ ਇਹ ਤਾਂ ਉਦਾਹਰਨ ਹੈਗੀ ਆ। ਜੇ ਨਾਮ ਜਪਦੇ ਨਹੀਂ ਤੇ ਸਰੀਰ ਦਾ ਆਪਣਾ ਦੁਨੀਆ ਤੇ ਆਉਣਾ ਸਫਲ ਨਹੀਂ ਹੋਣਾ, ਅਸਫਲ ਹੋ ਜਾਵੇਗਾ। ਜਿਵੇਂ ਪਾਣੀ ਨੂੰ ਜ਼ਰੂਰਤ ਹੈ, ਫਸਲ ਨੂੰ ਜ਼ਰੂਰਤ ਹੈ ਪਾਣੀ ਦੀ, ਤੇ ਸਾਨੂੰ ਜ਼ਰੂਰਤ ਹੈ ਨਾਮ ਦੀ। ਆਪਾਂ ਵੀ ਉਹੋ ਜਿਹਾ ਮਤਲਬ ਆਪਣੇ ਆਪ ਨੂੰ ਸਿੰਜ ਲਈਏ ਕਿ ਆਪਾਂ ਥੱਕ ਗਏ। ਥੱਕ ਕੇ ਆਪਾਂ ਚੌਵੀ ਪਾਸੇ ਦੇਖ ਲਿਆ ਦੁਨੀਆ ਵਹਿਮਾਂ ਭਰਮਾਂ ਚ। ਬਾਹਾਂ ਡੰਬਰ ਹੋ ਕਬੂ ਨਾ ਜਾਣੇ ਤੁਮ ਚਰਨ ਚਿਤ ਮੋਰਾ। ਮੇਰਾ ਤਾਂ ਚਿੱਤ ਹੈ ਪ੍ਰਭੂ ਜੀ, ਮੈਂ ਵੀ ਬਾਹਰ ਦੁਨੀਆ ਵਾਂਗੂ ਘੁੰਮਦਾ ਤਾਂ ਬਹੁਤ ਰਿਹਾ, ਪਰ ਹੁਣ ਮੈਨੂੰ ਪਤਾ ਲੱਗਾ ਤੇਰੇ ਚਰਨਾਂ ਦੇ ਵਿੱਚ ਮੇਰਾ ਜਿਹੜੀ ਚੇਤਨਾ ਹੈਗੀ ਆ ਉਹ ਹੁਣ ਕੰਮ ਕਰਦੀ ਆ। ਚਰਨ ਦਾ ਮਤਲਬ ਹੈਗਾ ਇਹ ਜਿਹੜਾ ਅੱਜ ਦਾ ਸਮਾਂ ਹੈ। ਅੱਗੇ ਚਰਨ ਸੀਗੇ, ਮਹਾਂਪੁਰਸ਼ ਬਹੁਤ ਪਹੁੰਚੇ ਹੁੰਦੇ ਸੀ। ਹੁਣ ਕੋਈ ਪਤਾ ਨਹੀਂ ਕਿਹੜਾ ਪਹੁੰਚਿਆ ਤੇ ਕਿਹੜਾ ਨਹੀਂ, ਕਿਹੜਾ ਪੂਰਨ ਗੁਰੂ ਆ ਤੇ ਕਿਹੜਾ ਅਧੂਰਾ ਆ। ਹੁਣ ਤਾਂ ਸਤਿਗੁਰਾਂ ਦੀ ਬਾਣੀ ਹੀ ਚਰਨ ਹੈ। ਅੱਗੇ ਇਹੋ ਜਿਹੇ ਹੁੰਦੇ ਸੀ ਵਿਅਕਤੀ, ਉਹ ਉਹਨਾਂ ਦੇ ਚਰਨਾਂ 'ਚ ਬੈਠ ਕੇ ਨਮਸਕਾਰਾਂ ਕਰਨੀਆਂ, ਉਹਨਾਂ ਤੋਂ ਬਚਨ ਸੁਣਨੇ। ਅੱਜ ਵੀ ਵਧੀਆ ਹੈਗੇ ਆ, ਹੋਣਗੇ, ਕਰੋ, ਪਰ ਜਿਹੜਾ ਅਧੂਰਾ ਹੈ ਉਹਨੂੰ ਕਿਉਂ ਕਰੋਗੇ? ਸਾਨੂੰ ਥੋੜਾ ਪਤਾ ਵੀ ਇਹਦਾ ਕਰੈਕਟਰ ਕੀ ਆ। ਉਸ ਵਿਅਕਤੀ ਦਾ ਕਰੈਕਟਰ ਬਾਰੇ ਨਹੀਂ ਸਾਨੂੰ ਪਤਾ। ਇਸ ਕਰਕੇ
ਅੱਜ ਦੀ ਜਿਹੜੀ ਬਾਣੀ ਆ, ਤੁਸੀਂ ਸਤਿਗੁਰਾਂ ਦੀ ਬਾਣੀ ਨੂੰ ਸੁਣੋ। ਜਿੰਨਾ ਚਿਰ ਆਪਾਂ ਬਾਣੀ ਨੂੰ ਨਹੀਂ ਸੁਣਦੇ ਤਾਂ ਉਹਨਾਂ ਚਿਰ ਆਪਣਾ ਸਾਡਾ ਗਿਆਨ ਵੀ ਨਹੀਂ। ਉਹਨਾਂ ਕੋਲ ਜਾ ਕੇ ਵੀ ਆਪਾਂ ਨੂੰ ਗਿਆਨ ਹੋਣਾ, ਆਪਣਾ ਗਿਆਨ ਆਪ ਲਵੋ। ਜੋ ਵੀ ਪੜਿਆ ਆ ਬਾਣੀ ਨੂੰ ਆਪ ਪੜੋ, ਇੱਕ ਸ਼ਬਦ ਪੜ ਲਓ। ਇਸ ਕਰਕੇ ਸਤਿਗੁਰੂ ਆਖਦੇ ਨੇ, ਬਾਹਾਂ ਡੰਬਰ ਹੋ ਕਬੂ ਨਾ ਜਾਣਿਓ, ਤੁਮ ਚਰਨਨ ਚਿਤ ਮੋਰਾ, ਔਗਨ ਸੌਗਨ ਦੋ ਸਮ ਕਰ ਆਨਿਓ, ਚੌ ਦਿਸ ਦਰਸ਼ਨ ਤੋਰਾ। ਦੁੱਖ ਸੁੱਖ ਮੇਰੇ ਲਈ ਤਾਂ ਬਰਾਬਰ। ਦੋ ਤਰ੍ਹਾਂ ਦੁੱਖ, ਇੱਕ ਤਾਂ ਦੁਨਿਆਵੀ ਹੁੰਦਾ, ਇੱਕ ਦੁੱਖ ਹੁੰਦਾ ਮਰਨ ਵੇਲੇ। ਸਤਿਗੁਰੂ ਇਹ ਉੱਪਰਲੇ ਦੁੱਖਾਂ ਦੀ ਗੱਲ ਕਰਦੇ ਆ, ਕਹਿੰਦੇ ਦੁਨੀਆ ਦੁੱਖ ਬਹੁਤ ਆ, ਕਈਆਂ ਨੂੰ ਸੁੱਖ ਬਹੁਤ ਆ। ਪਰ ਨਾਨਕ ਦੇ ਮਹਾਰਾਜ ਨੇ ਲਿਖਿਆ, ਨਾਨਕ ਦੁਖੀਆ ਸਭ ਸੰਸਾਰ। ਪਰ ਇਹਦੇ ਵਿੱਚ 10 ਜੀਵਨੀ ਹੈ ਸ਼ਬਦ ਤੇ। ਮੈਂ ਇੱਕ ਸ਼ਬਦ ਪੜਿਆ, ਔਗਣ ਸੌਗਣ ਦੋ ਸਮ ਕਰ ਆਨਿਓ, ਚੌਂਦੇ ਦਰਸ਼ਨ ਤੋਰਾ। ਮੈਂ ਤਾਂ ਪ੍ਰਭੂ ਜੀ ਤੇ ਤੁਹਾਡੇ ਦਰਸ਼ਨ ਕਰਦਾ। ਗੁਰੂ ਨਾਨਕ ਦੇ ਮਹਾਰਾਜ ਨੇ ਜੋ ਦਰਸ਼ਨ ਕੀਤੇ, ਚਾਰੇ ਪਾਸੇ ਦੁਨੀਆ ਦੇਖੀ ਘੁੰਮ ਕੇ, ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕੋਈ ਸੁਖੀ ਦਿਖਿਆ ਨਹੀਂ। ਕਿਉਂਕਿ ਉਹਨਾਂ ਨੇ ਆਪਣਾ ਦੁੱਖ ਵੀ ਉਹਨਾਂ ਤੇ ਵੀ ਦੁਨੀਆ ਨੇ ਬੜਾ ਦਿੱਤਾ। ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਤੇ ਬੜਾ ਦਿੱਤਾ, ਕਬੀਰ ਮਹਾਰਾਜ ਜੀ ਤੇ ਛੱਡੇ ਗੱਲ ਦਿਓ, ਨਾਮਦੇਵ ਮਹਾਰਾਜ ਦੀ ਛੱਡੇ ਗੱਲ ਦਿਓ। ਉੱਥੋਂ ਥੋੜਾ ਜਿਹਾ ਜੋ ਥਰਡ ਤੇ ਆਏ, ਸਤਿਗੁਰੂ ਰਵਿਦਾਸ ਮਹਾਰਾਜ ਜੀ ਤੀਜੇ ਪੁਆਇੰਟ ਤੇ ਆਏ। ਇਹਨਾਂ ਨਾਲ ਥੋੜੀ ਜਿਹੀ ਲਿਹਾਜ਼ ਚੰਗੀ ਕੀਤੀ, ਢਿੱਲ ਨਹੀਂ ਕੀਤੀ। ਇਹਨਾਂ ਨੇ ਕੋਈ ਦੌਰਾ ਹੀ ਇਦਾਂ ਦਾ ਬਣਾ ਦਿੱਤਾ ਬਾਣੀ ਦਾ ਕਿ ਉਹਨਾਂ ਦਾ ਬ੍ਰੇਮ ਜਿਹੜਾ ਉਹਨੂੰ ਵੋਸ਼ ਕਰ ਦਿੱਤਾ। ਕਬੀਰ ਜੀ ਕਿਹੜਾ ਘੱਟ ਸੀ, ਕਰਤਾ ਉਹਨਾਂ ਵੀ ਦਿੱਤਾ ਸੀ। ਉਹਨਾਂ ਦਾ ਹੰਕਾਰ ਦੇਖਦੇ ਵੀ ਹੈ ਕਿੱਥੇ ਕੁ ਤੱਕ, ਫਿਰ ਕਦੋਂ ਇਹ ਚਰਨਾਂ ਦੇ ਵਿੱਚ ਆਉਣਗੇ, ਕਦੋਂ ਇਹਨਾਂ ਨੂੰ ਮੈਂ ਬੇੜਾ ਇਹਨਾਂ ਦਾ ਪਾਰ ਲਗਾਵਾਂਗੀ। ਨਾਮਦੇਵ ਮਹਾਰਾਜ ਜੀ ਘੱਟ ਨਹੀਂ ਸੀ, ਉਹ ਵੀ ਉਹਨਾਂ ਦਾ ਹੰਕਾਰ ਦੇਖਦੇ ਵੀ ਕਿੱਥੇ ਕੁ ਤੱਕ ਜਾਂਦਾ ਆ। ਸੁਲਤਾਨ ਪੁੱਛੇ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਸੁਲਤਾਨਾ ਨਾਮੇ ਬਾਂਧਲਾ, ਦੇਖੋ ਤੇਰਾ ਹਰ ਬੀਟਲਾ। ਕਹਿੰਦੇ ਜਿਹੜੇ ਬੀਟਸ ਨੂੰ ਤੂੰ ਦੇਖਦਾ ਤੇ ਬੰਨ ਲੈ, ਨਾਮਦੇਵ ਮਹਾਰਾਜ ਜੀ ਨੂੰ ਬੰਨ ਲਿਆ ਸੀ ਉਹਨਾਂ ਨੇ। ਕਬੀਰ ਮਹਾਰਾਜ ਜੀ ਨੂੰ ਬੰਨ ਲਿਆ ਸੀਗਾ। ਪੂਜਾ ਬੰਦ ਭੇਲਾ ਕਰ ਡਾਲਿਓ, ਹਸਤੀ ਕਰੋਪ ਮੂਡ ਮੇ ਮਾਰਿਓ, ਹਸਤ ਪਾ ਕੇ ਚੀਸਾ ਮਾਰੇ, ਐ ਮੂਰਤ ਕੋ ਹੋਂ ਬਲਿਹਾਰ ਹੈ। ਤੁਹਾਡੇ ਨਾਲ ਤੋਂ ਕਹਿੰਦੇ ਬਾਕੀ ਚੰਗਾ। ਕਬੀਰ ਮਹਾਰਾਜ ਜੀ ਆਖਦੇ, ਕਹਿੰਦੇ ਉਹਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਥੇ ਰਹਿੰਦੇ, ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਵੀ ਮੈਂ ਕੌਣ ਆ। ਪੂਜਾ ਬੰਦ, ਪੂਜਾ ਕਹਿੰਦੇ ਬਾਹਾਂ ਨੂੰ, ਹਿੰਦੀ ਦੇ ਸ਼ਬਦ ਹੈ, ਸੰਸਕ੍ਰਿਤੀ ਲਾ ਲਓ। ਭੇਲਾ ਕਰ ਡਾਲਿਓ, ਕਬੀਰ ਮਹਾਰਾਜ ਜੀ ਤੇ ਅਤਿਆਚਾਰ ਕਰਨ ਲੱਗੇ ਉਸ ਸਮੇਂ ਦੇ ਜਰਵਾਣੇ ਲੋਕ। ਸਜ਼ਾ ਕਿਹੜੀ ਦਿੱਤੀ? ਉਹ ਹਾਥੀ ਜਿਹੜਾ ਉਹ ਬੜਾ ਹੀ ਕੋਈ ਸਪੈਸ਼ਲ ਰੱਖਿਆ ਹੁੰਦਾ, ਉਹਨੂੰ ਦਾਰੂ ਦੂਰੂ ਪਿਆ ਕੇ ਨਾ, ਉਹ ਫਿਰ ਜਿਸ ਵਿਅਕਤੀ ਦਾ ਹੁੰਦਾ ਉਹਨੂੰ ਮੈਦਾਨ ਦੇ ਵਿੱਚ ਦੁਨੀਆ ਇਕੱਠੀ ਹੁੰਦੀ ਦੇਖਣ ਨੂੰ, ਉਹਨੂੰ ਸਜ਼ਾ ਦਿੱਤੀ। ਕਬੀਰ ਮਹਾਰਾਜ ਜੀ ਨੇ ਸਜ਼ਾ ਕਿਹੜੀ ਚੁਣੀ ਬਈ ਉਹ ਪਤਾ ਨਹੀਂ ਕਿਹੜਾ ਹਾਥੀ ਕਹਿੰਦੇ ਆ, ਸ਼ਰਾਬ ਸ਼ਰੂਬ ਪਾ ਕੇ ਆਉਂਦਾ ਉਹ ਪੀ ਕੇ। ਉਹ ਫਿਰ ਇੱਕਦਮ ਉਸ ਵਿਅਕਤੀ ਤੇ ਅਟੈਕ ਕਰਦਾ ਤੇ ਮਿੰਟੋ ਸਕਿੰਟਾਂ ਦੇ ਵਿੱਚ ਉਸ ਵਿਅਕਤੀ ਨੂੰ ਖਤਮ ਕਰ ਦਿੰਦਾ। ਅੱਜ ਉਹ ਸਜ਼ਾ ਕਬੀਰ ਜੀ ਨੇ ਹੀ ਚੁਣੀ, ਉਹਨਾਂ ਲੋਕਾਂ ਨੇ। ਉੱਥੇ ਪੰਡਿਤ ਲੋਕ ਜਿਹੜੇ ਜਰਵਾਣੇ ਸਨ ਉਹ ਵੀ ਸੀਗੇ ਤੇ ਕਾਜੀ ਮੁੱਲਾ ਵੀ ਸੀ। ਸਜ਼ਾ ਹੋਈ, ਕਬੀਰ ਮਹਾਰਾਜ ਜੀ ਦੇ ਇਦਾਂ ਰਸ਼ ਪੈ ਗਿਆ ਤੇ ਸੈਂਟਰ ਦੇ ਵਿੱਚ ਜਦੋਂ ਕਬੀਰ ਮਹਾਰਾਜ ਜੀ ਨੂੰ ਉਸ ਮੈਦਾਨ ਦੇ ਵਿੱਚ ਦਿੰਦਾ ਗਿਆ, ਕੋਈ ਹਾਥੀ ਨੂੰ ਛੱਡਣਾ ਸੀਗਾ। ਕਬੀਰ ਮਹਾਰਾਜ ਦੀ ਪੋਟੜੀ ਬੰਨ ਦਿੱਤੀ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ, ਮੈਂ ਆਪਣੇ ਕੋਲ ਨਹੀਂ ਸ਼ਬਦ ਲਾਉਂਦਾ, ਇਹ ਬਾਣੀ ਵਿੱਚ ਲਿਖਿਆ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਪੂਜਾ ਬਾਂਧ ਭੇਲਾ ਕਰ ਡਾਲਿਓ, ਭੇਲਾ ਦਾ ਮਗਾ ਗੋਲ ਮੋੜ ਜਾਂ ਬੰਨ ਦਿੱਤਾ। ਕਬੀਰ ਮਹਾਰਾਜ ਜੀ ਨੂੰ ਕੱਪੜੇ ਦੇ ਵਿੱਚ ਬੰਨ ਦਿੱਤਾ। ਉਹ ਬੰਨ ਕੇ ਨਾ ਏਦਾਂ, ਜਿਹਨੂੰ ਜਿਹੜੇ ਸਿੱਟਣ ਵਾਲੇ ਸੀਗੇ ਉਹ ਮੁਹੱਬਤ ਨੇ ਫਿਰ ਹੱਥੀ ਲੈ ਕੇ ਆਉਣਾ ਸੀਗਾ ਤੇ ਕਬੀਰ ਮਹਾਰਾਜ ਜੀ ਨੂੰ ਮੈਦਾਨ ਵਿੱਚ ਏਦਾਂ ਸੁੱਟ ਦਿੱਤਾ, ਰੋੜ ਦਿਓ ਇਹਨੂੰ। ਜਦੋਂ ਰੋੜ ਦਿੱਤਾ ਤੇ ਆਖਿਆ, ਪੂਜਾ ਬੰਦ ਭੇਲਾ ਕਰ ਡਾਰਿਓ, ਹਸਤੀ ਕਰੋਪ ਮੂਡ ਮੇ ਮਾਰਿਓ। ਹਸਤੀ ਬੜਾ ਕਰੋਪੇ ਦੇ ਵਿੱਚ ਆਇਆ ਵੀ ਅੱਜ ਮੈਂ ਉਸ ਵਿਅਕਤੀ ਨੂੰ ਖਤਮ ਕਰ ਦੇਣਾ ਜਿਹਦੀ ਸਜ਼ਾ ਦਿੱਤੀ ਗਈ ਆ। ਉਸ ਸਮੇਂ ਦੇ ਕਚਹਿਰੀਆਂ ਦੇ ਵਿੱਚ ਕਬੀਰ ਮਹਾਰਾਜ ਜੀ ਨੂੰ ਸਜ਼ਾ ਦਾ ਉਹ ਆਰਡਰ ਸੀਗਾ। ਹਸਤੀ ਕਰੋਪ ਮੂਡ ਮੇ ਮਾਰਿਓ, ਹਸਤ ਭਾਗ ਕੇ ਚੀਸਾ ਮਾਰੇ। ਹੁਣ ਜਿਹੜਾ ਹਾਥੀ ਸੀ ਉਹ ਕਬੀਰ ਮਹਾਰਾਜ ਜੀ ਕੋਲ ਪਹੁੰਚ ਗਿਆ। ਕਬੀਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਹਾਥੀ ਚੀਕਾ ਮਾਰਦਾ ਨੱਠ ਗਿਆ। ਹਸਤ ਭਾਗ ਕੇ ਚੀਸਾ ਮਾਰੇ, ਐ ਮੂਰਤ ਕੋ ਹੋਂ ਬਲਿਹਾਰ ਹੈ। ਕਹਿੰਦੇ ਧੰਨਵਾ ਕਬੀਰ, ਧੰਨਵਾ ਕਬੀਰ। ਹਾਥੀ ਕਹਿੰਦਾ, ਬੋਲਦਾ ਨਹੀਂ। ਹਾਥੀ ਕਹਿੰਦਾ ਧੰਨ ਕਬੀਰ। ਆ ਮੂਰਤ ਜਿਹੜੀ ਅੱਜ
ਸੁੱਟ ਦਿੱਤੀ ਨਾ। ਹਾਥੀ ਆਖਦਾ ਮੇਰੇ ਮੂਹਰੇ ਅੱਗੇ ਤਾਂ ਮੈਂ ਹਜ਼ਾਰਾਂ ਮਾਰੇ, ਇਹ ਮੂਰਤ ਕਿਹੜੀ ਆ, ਇਹ ਇਨਸਾਨ ਕਿਹੜਾ ਆ, ਇਹ ਮੂਰਤ ਕੋ ਹੋ ਬਲਿਹਾਰ ਹੈ। ਕਹਿੰਦੇ ਮੈਂ ਬਲਿਹਾਰ ਜਾਣਾ ਹੈ। ਕਿਉਂ? ਹਾਥੀ ਦੀ ਮੁਕਤੀ ਹੋ ਗਈ। ਕਹਿੰਦੇ ਇਨਸਾਨ ਹਾਥੀ ਤੋਂ ਹਿਸਾਬ ਲਾ ਲਓ ਵੀ ਆ ਜਿਹੜੇ ਬੰਦੇ ਨੇ ਉਸ ਸਮੇਂ ਦੇ ਜਿਹੜੇ ਸੀ। ਕਹਿੰਦੇ ਤੁਸੀਂ ਕਦੋਂ ਸਮਝਣਾ ਕਬੀਰ ਜੀ ਨੂੰ? ਕਬੀਰ ਮਹਾਰਾਜ ਦੀ ਪੋਟੜੀ ਉੱਤੇ ਬੰਨੀ ਹੋਆ, ਹਾਥੀ ਨੇ ਜਦੋਂ ਨਮਸਕਾਰ ਕਬੀਰ ਮਹਾਰਾਜ ਜੀ ਨੂੰ ਕੀਤੀ ਤਾਂ ਹਾਥੀ ਨੱਠ ਗਿਆ, ਉਹਦੀ ਮੁਕਤੀ ਹੋ ਗਈ। ਤਾਂ ਇਹੀ ਕਬੀਰ ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਪਰੈ ਹਰ ਕੀ ਓਟ। ਨਾਮ ਦੇ ਮਹਾਰਾਜ ਜੀ ਨੂੰ ਵੀ ਹਾਥੀ ਦੇ ਕਹਿੰਦੇ ਸੁੰਡ ਨਾ ਚੱਕ ਕੇ ਜਾਂ ਜੇ 7 ਘੜੀ ਚ ਗਊ ਨਹੀਂ ਜੀਦੀ ਹੋਈ ਤਾਂ ਇਹਨੂੰ ਸਜ਼ਾ ਦੇ ਦਿਓ, ਹਾਥੀ ਮੂਹਰੋਂ ਸਿੱਟ ਦਿਓ। ਕਰੇ ਗਜਿੰਦ ਸੁੰਡ ਕੀ ਚੋਟ, ਉਹ 7 ਘੜੀਆਂ ਬੀਤ ਗਈਆਂ, ਨਾਮ ਦੇ ਮਹਾਰਾਜ ਜੀ ਓੜ ਕੇ ਦੇਖਦੇ ਸੀ ਵੀ ਹੰਕਾਰ ਕਿੱਥੇ ਤੱਕ ਚੱਲਦਾ। ਜਦੋਂ ਓੜ ਕੇ ਦੇਖੀ ਨਾਮ ਦੇ ਮਹਾਰਾਜ ਜੀ ਜੋ ਹਾਥੀ ਚੁੱਕਿਆ ਤੇ ਫੁੱਲਾ ਵਾਂਗ ਨਾਮ ਦੇ ਮਹਾਰਾਜ ਜੀ ਦਾ ਥੱਲੇ ਆ ਕੇ ਇਦਾਂ ਫਿਰ ਖੜ ਗਏ। ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਪਰੇ ਹਰ ਕੀ ਓਟ। ਕਹਿੰਦੇ ਕਮਾਲ ਹੋ ਗਈ, ਪ੍ਰਭੂ ਜੀ ਨੇ ਐਸਾ ਨਾਮ ਦੇ ਮਹਾਰਾਜ ਜੀ ਨੇ ਬਚਾਇਆ। तो कहण तो भावे आया हंकार। सुखी बसे मसकीनियां आप निवारत ने, वो फिर निवारदा आ, आप प्रभु जी उसकी रखिया करता है। बाणी दे विच दूर नहीं जाना, आपां थोड़ी जिहा प्रोग्राम इधर भी करना है आपां। इस करके सोचो अज तुसीं चोण कीती आ सतगुरां दे प्रकाश दिहाड़े दी, बट भागे हो 10 मिनट लख लख बधाइयां आप जी नूं। रोज प्रकाश दिहाड़ा बनाओ, तुहानूं इस तरह हर एतवार आके देखो तुहानूं कथा मिलणगीआं इसे बाणी दे विच। हर रोज आओ, हर रोज बाणी पढ़ो, घरों पढ़ो। वीक दे विच अपने को टाइम हुंदा एतवार दा जां शनिवार किते भी प्रोग्राम होवे, ये वचन सुनो बाणी कह की रही है। जे आपां सुनिया ही नहीं, वो ते विचारिया ही नहीं, ਉਹਦਾ ਗਿਆਨ ਆਪਾਂ ਨੂੰ ਆਇਆ ਹੀ ਨਹੀਂ, ਤਾਂ ਫਿਰ ਬਾਣੀ ਵੀ ਕੀ ਕਰੂਗੀ ਭਾਈ? ਇਹ ਬਾਣੀ तो ਆਪਾਂ ਨਵੀਂ ਥੋੜੀ ਪੜ੍ਹਦੇ ਆ, ਇਹ ਨਵੀਂ ਬਾਣੀ ਥੋੜੀ ਹੈ। ਇਹ ਤਾਂ ਸਮੇਂ-ਸਮੇਂ ਤੋਂ 700 ਸਾਲ ਪਿੱਛੇ ਚਲੇ ਜਾਓ, 800 ਸਾਲ ਪਿੱਛੇ ਚਲੇ ਜਾਓ, ਬਾਬਾ ਫਰੀਦ ਜੀ ਤੋਂ ਚਲੇ ਜਾਓ, ਤੇ ਉਹਦੇ ਤੋਂ ਪੜ੍ਹਦੇ ਆ ਰਹੇ ਆ। ਵਿਚਾਰ ਕਰਦੇ ਜਾ, ਜੋ ਵੀ ਇਸ ਦੇ ਨਾਲ ਜੁੜ ਗਿਆ ਉਹ ਮਸਕੀਨ ਹੋ ਜਾਵੇਗਾ, ਜਿਹੜਾ ਨਹੀਂ ਜੁੜਿਆ ਤਾਂ ਆਪਣੇ ਆਪ ਨੂੰ ਗਵਾ ਲੂਗਾ। 10 जीवी जी के नानक दुखिया सब संसार, सारा ही संसार दुखिया, पर जिद को नाम आ वो सुखिया, वो मस्कीन वा। तुम जो तजो कबन मोहे राखे, मेरी रखा भी कौन करू? जे परमात्मा अपन नूं त्याग देवे, पहली गल तो परमात्मा त्यागदा नहीं, आपां त्यागदे आ। मन लो जे अपन परमात्मा त्याग देवे वे ये नहीं मेरा बच्चा, जिदा मां प्या अखबारां च कढांदे, कई बच्चे इन्ने टुटे हुंदे ना, घटिया सिस्टम दे विच आ जांदे आ, उन्हां नूं फिर अखबार विच कढाउणा पैंदा वे ये साडा बच्चा सी ते हुण असीं इहदे कोई वाली वारस नहीं, ना ये साडी जायदाद दा, ना जमीन दा, किते दा नहीं। अखीर किते ना किते जरूर फिर परमात्मा ने भी की करना, एक गलती 100 गलती ਲੱਖਾਂ ਗਲਤੀਆਂ ਵਿਅਕਤੀ ਕਰਦਾ। ਕਹਿੰਦੇ ਫਿਰ ਮੈਂ ਇਹ ਜਿਹੜਾ ਮੈਂ ਘੱਲਿਆ ਸੀ ਆਪਣਾ ਬੱਚਾ, ਤੇ ਇਹ ਤੋਂ ਮੈਂ ਕੀ ਲੈਣਾ, ਇਹਨੂੰ ਤਿਆਗ ਦਿਓ। ਜਿਹੜਾ ਪ੍ਰਭੂ ਨੂੰ ਜਪਦਾ ਉਹ ਫਿਰ ਕਹਿੰਦਾ, ਪ੍ਰਭੂ ਜੀ ਤੁਮ ਜੋ ਤਜੋ ਕਬਨ ਮੋਹਿ ਰੱਖੇ, ਜੇ ਤੁਸੀਂ ਮੈਨੂੰ ਤਿਆਗ ਦਿੱਤਾ ਮੈਨੂੰ ਰੱਖਿਆ ਮੇਰੇ ਕੌਣ ਕਰੂਗਾ? ਮੈਂ ਤਾਂ ਤੁਹਾਡੇ ਹੀ ਸਹਾਰੇ ਤੇ ਹਾਂ। ਮਾਧੋ ਮੋਹਿ ਏਕ ਸਹਾਰੋ ਤੋਰਾ, हे ਮੇਰੇ ਪ੍ਰੀਤਮਾ ਮੈਨੂੰ ਤਾਂ ਸਹਾਰਾ ਤੇਰਾ ਹੈ, ਹੋਰ ਮੇਰੀ ਕੋਈ ਰੱਖਿਆ ਨਹੀਂ ਕਰ ਸਕਦਾ। ਕਿਉਂਕਿ ਮੇਰਾ ਜਿਹੜਾ ਸੀ, ਮੈਂ ਦੁਨੀਆ ਨੂੰ ਦੇਖਦਾ ਆ, ਵਹਿਮਾਂ ਭਰਮ ਵਿੱਚ ਦੁਨੀਆ ਫਸੀ ਹੋਈ ਹੈ, ਉਸ ਤੋਂ ਨਿਕਲਦੀ ਨਹੀਂ। ਤੇ ਮੈਂ ਪ੍ਰਭੂ ਜੀ ਨਿਕਲ ਕੇ ਉਸ ਵਹਿਮਾਂ ਭਰਮ ਨੂੰ ਛੱਡ ਕੇ ਔਗਣ ਸੌਗਣ ਦੋ ਸਮ ਕਰਨਾ ਮੇਰੇ ਲਈ ਤਾਂ ਬਰਾਬਰ ਨੇ, ਖੁਸ਼ੀਆਂ ਅਤੇ ਗਮੀਆਂ। खुशियां ते गमियां ये दोए बराबर ने, किहदे लई? जो परमात्मा नूं जपदा। साडे परिवारां दे विच आउणे आया, जो भी प्रभु जी नाल जुड़दा आ वो ते खुशियां गमियां। क्यों ये खुशियां गमियां नूं त्याग किवें दित्ता? ओनू की मतलब ये ज्ञान एडा
ਚੌਹਾਂ ਕੁੰਡਾਂ ਦੇ ਵਿੱਚ ਘੁੰਮ ਕੇ ਦੇਖਿਆ, ਹਰ ਪਾਸੇ ਦੇਖਿਆ, ਅਖੀਰ ਕਿਉਂ ਇਹੋ ਜਿਹੀ ਬਾਤ ਕਹਿਣੀ ਪੈ ਗਈ, ਹੇ ਮੇਰੇ ਪ੍ਰੀਤਮਾ ਤੂੰ ਨਾ ਮੈਨੂੰ ਤਿਆਗ ਦੇ, ਮੈਂ ਤਾਂ ਸਾਰੇ ਪਾਸੇ ਘੁੰਮ ਕੇ ਦੇਖ ਲਿਆ। ਕਾਰਨ ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਾਉ ਖੋਵਣਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਾਉ ਖੋਵਣਾ। ਔਗਨ ਸੌਗਨ ਦੋ ਸਮ ਕਰ ਆਨਿਓ, ਜੋ ਦਿਸ ਦਰਸ਼ਨ ਤੋਰਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਾਉ ਖੋਵਣਾ। ਗੋਲਾ ਮੁੱਲ ਖਰੀਦ ਕਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ। ਪੱਖੇ ਦੀ ਤਾਕੀਦ ਪਗਮਲ ਧੋਵਣਾ। ਪੀਹਣ ਹੋਏ ਜਦੀਦ, ਜਦੋਂ ਇਹ ਅਵਸਥਾ ਬਣ ਜਾਵੇ, ਆਟਾ ਵੀ ਤਾਜ਼ਾ, ਹੁਣ ਤਾਂ ਇਲੈਕਟ੍ਰੋਸ਼ਨ ਆ ਗਈਆਂ ਨਾ ਚੱਕੀਆਂ, ਉਸ ਸਮੇਂ ਦੀ ਸੀ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਠੰਡ ਗਰਮੀ ਲੱਗਦੀ ਪੱਖਾ, ਪੱਖੇ ਦੀ ਤਾਕੀਦ ਤਗਮਲ ਧੋਵਣਾ। ਚਰਨ ਗਰਮ ਵਧੀਆ ਪਾਣੀ ਨਾਲ ਧੋਣੇ, ਗਰਮੀ ਠੰਡੇ ਨੇ, ਠੰਡ ਵਾ ਤਾਂ ਗਰਮੀ ਗਰਮ ਪਾਣੀ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ। ਦਾਤਰ ਵੇ ਸਰਸੀਦ ਪ੍ਰੇਮ ਰਸ ਪੋਵਣਾ। ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ। ਦਰ ਵੇਸ ਰਸੀਦ ਪ੍ਰੇਮ ਰਸ ਪੋਵਣਾ। ਔਗਨ ਸੌਗਨ ਦੋ ਸਮ ਕਰ ਆਨਿਓ, ਚੌਹ ਦਿਨ ਦਰਸ਼ਨ ਤੋਰਾ। ਖਤਮ ਹੋ ਜਾਂਦਾ। ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ। ਦਰ ਵੇਸ ਰਸੀਦ ਪ੍ਰੇਮ ਰਸ ਪੋਵਣਾ। ਚੰਦ ਮੁਬਾਰਕ ਈਦ ਪੁਗ ਖਲੋਵਣਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ। ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ। ਆਪਣੇ ਆਪ ਨੂੰ ਜੀਂਦੇ ਹੀ ਮਾਰ ਲੈਣਾ। ਮਾਰਨ ਤੋਂ ਭਾਵ ਹੈ ਜੀਂਦੇ ਜੀ ਕਿਉਂ? ਵਿਕਾਰਾਂ ਤੇ ਕਾਬੂ ਪਾ ਲੈਣਾ। ਆਪਣੀ ਮੈਂ ਨੂੰ ਖਤਮ ਕਰ ਦੇਣਾ ਹੀ ਪਰਮਾਤਮਾ ਦੀ ਬੰਦਗੀ ਆ। ਇਹ ਰੱਖੋਗੇ ਫਿਰ ਉਹ ਵਹਿਮਾਂ ਭਰਮਾਂ ਵਿੱਚ ਨਹੀਂ ਵਿਅਕਤੀ ਪੈਂਦਾ। ਸਾਰੇ ਹੀ ਵਹਿਮ ਭਰਮ ਖਤਮ ਹੋ ਜਾਂਦੇ ਨੇ। ਫਿਰ ਉਸ ਮਾਰਗ ਤੇ ਚੱਲਦਾ ਜਿਹੜਾ ਮਾਰਗ ਪਰਮਾਤਮਾ ਦਾ ਦੱਸਿਆ ਹੋਇਆ ਹੈ। ਪਾਰਸ ਮਨ ਮਹਿ ਰੁਤ ਨਾਹੂ, ਜਗ ਜੰਜਾਰ ਨਾ ਥੋਰਾ। ਜਗ ਦੇ ਜਾਲ ਚੋਂ ਉਹ ਵਿਅਕਤੀ ਨਿਕਲ ਜਾਂਦਾ ਹੈ। ਜਿਵੇਂ ਪੰਛੀ ਕੋਈ ਜਾਲ ਵਿੱਚ ਫਸ ਜਾਵੇ, ਉਹਦੇ ਕੋਈ ਇਹੋ ਜਿਹੀ ਉਹ ਯੁਕਤੀ ਨਹੀਂ ਹੁੰਦੀ ਵੀ ਉਹਦੇ ਵਿੱਚੋਂ ਕਿਵੇਂ ਨਿਕਲੇਗਾ, ਕਿ ਜਾਲ 'ਚ ਫਸ ਗਿਆ। ਤੇ ਆਪਾਂ ਸੰਸਾਰ ਦੇ ਜਾਲ ਵਿੱਚ ਫਸੇ ਹੋਏ ਆ। ਸਾਡੇ ਕੋਲ ਕੀ ਤਕਰੀਬਨ, ਆਪਣੇ ਕੋਲ ਕਿਹੜੀ ਯੁਕਤੀ ਨਾ। ਪਰ ਗੱਲਾਂ ਨਾਲ ਨਹੀਂ, ਮੁਰਦੇ ਬਣ ਜਾਓ। ਮਕੰਦ ਜਪੋ ਸੰਸਾਰ, ਬਿਨ ਮਕੰਦ ਤਨ ਹੋਏ ਬਹਾਰ। ਆ ਸਰੀਰ ਜਿਹੜਾ ਇਹ ਹਾਰ ਜਾਓਗੇ ਜ਼ਿੰਦਗੀ ਦਾ ਖੇਡ। ਸਤਿਗੁਰੂ ਦਾਸ ਮਹਾਰਾਜ ਜੀ
ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਉਹਾਰ। ਸੋਈ ਮੁਕੰਦ ਹਮਰਾ ਪਿਤ ਮਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਉਹੀ ਸਾਡਾ ਪਿਤਾ ਹੈ ਤੇ ਉਹੀ ਮਾਤਾ ਹੈ। ਸੰਸਾਰ ਵਿੱਚ ਜਪਦੇ ਆ ਪਰ ਆਪਣਾ ਜੀਵਨ ਜਿਹੜਾ ਉਹ ਨਹੀਂ ਬਣਾ ਪਾਉਂਦੇ। ਤੂੰ ਮੇਰਾ ਪਿਤਾ ਤੇ ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਨ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋਕੇ ਹਾ ਕਾੜਾ ਜਿਓ। ਅਗਲੇ ਸ਼ਬਦ ਦੇ ਵਿੱਚ ਲਾਸਟ, ਕਹਿ ਰਵਿਦਾਸ ਤਜ ਸਭ ਤ੍ਰਿਸ਼ਨਾ, ਇੱਕ ਰਾਮ ਚਰਨ ਚਿਤ ਮੋਰਾ। ਕਹਿ ਰਵਿਦਾਸ ਤਜ ਸਭ ਤ੍ਰਿਸ਼ਨਾ, ਤਿਆਗ ਦੇਣੀਆਂ ਤ੍ਰਿਸ਼ਨਾਵਾਂ ਇਛਾਵਾਂ, ਇਸ ਤਿਆਗ ਕੇ ਇੱਕ ਰਾਮ ਚਰਨ ਚਿਤ ਮੋਰਾ। ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਣਾ, ਉਸ ਦੇ ਚਰਨਾਂ, ਆਪਣੇ ਚਿੱਤ ਨੂੰ ਆਪਣੀ ਚੇਤਨਾ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਜੋੜ ਦੇਣਾ ਹੀ ਉਸ ਦੀ ਭਗਤੀ ਆ, ਉਸ ਦੀ ਬੰਦਗੀ ਆ, ਉਸ ਦਾ ਨਾਮ ਆ, ਉਸ ਦਾ ਧਿਆਨ ਆ, ਉਸ ਦਾ ਗਿਆਨ ਆ, ਉਸ ਦਾ ਸਹਿਜਵਾ। ਇਹ ਤੋਂ ਅੱਗੇ ਸਾਧਵਾ, ਇਹ ਤੋਂ ਅੱਗੇ ਸੰਤਵਾ, ਇਹ ਤੋਂ ਅੱਗੇ ਬ੍ਰਹਮ ਗਿਆਨੀ ਆ। ਇਹ ਸੀ ਅੱਜ ਦਾ ਹੁਕਮਨਾਮਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਆਪ ਸਭ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਪੂਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਸਤਿਗੁਰਾਂ ਦਾਸ ਵੱਲੋਂ ਤੇ ਆਈਆਂ ਸੰਗਤਾਂ ਵੱਲੋਂ।